ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਅਸੀਂ ਉਹਨਾਂ ਵੱਡੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਜਿਨ੍ਹਾਂ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ। ਕਿਸਾਨਾਂ ਨੂੰ ਲੈ ਕੇ ਜੋ ਕਿਸਾਨਾਂ ਨੇ ਫੈਸਲੇ ਕੀਤੇ ਨੇ, ਇੱਕ 5 ਮੈਂਬਰੀ ਕਮੇਟੀ ਬਣਾਈ ਹੈ। ਕੇਂਦਰ ਨਾਲ ਗੱਲਬਾਤ ਫਿਰ ਤੋਂ ਇੱਕ ਵਾਰ ਸ਼ੁਰੂ ਹੋ ਸਕਦੀ ਹੈ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਦੂਜੀ ਗੱਲ ਇਹ ਕਿ ਕੇਰਲ ਦੇ ਵਿੱਚ ਸਰਕਾਰ ਨੇ ਫਲਾਂ ਤੇ ਸਬਜ਼ੀਆਂ ਦੇ ਉੱਤੇ MSP ਦੇਣ ਦਾ ਫੈਸਲਾ ਕੀਤਾ ਹੈ। ਇਸੇ ਸੰਦਰਭ ਵਿੱਚ ਨਵਜੋਤ ਸਿੰਘ ਸਿੱਧੂ ਦੀ ਚਰਚਾ ਫਿਰ ਤੋਂ ਪੰਜਾਬ ਦੇ ਵਿੱਚ ਹੋਣ ਲੱਗ ਗਈ ਹੈ ਕਿ ਸਿੱਧੂ ਗੱਲ ਸਹੀ ਕਹਿੰਦਾ ਹੈ, ਪਰ ਸਿੱਧੂ ਸਹੀ ਕਹਿ ਰਿਹਾ ਕਿ ਨਹੀਂ। ਕੇਰਲ ਤੇ ਪੰਜਾਬ ਦੇ ਹਾਲਾਤ ਵਿੱਚ ਕਿਸ ਤਰ੍ਹਾਂ ਦਾ ਫਰਕ ਹੈ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਟਾਸਕ ਫੋਰਸ ਜਿਹੜੀ ਸ਼੍ਰੋਮਣੀ ਕਮੇਟੀ ਦੀ ਹੈ, ਉਸ ਦੇ ਵਿਚਾਲੇ ਸਿੱਖ ਜਥੇਬੰਦੀਆਂ ਨਾਲ ਜਿਹੜਾ ਤਕਰਾਰ ਹੋਇਆ ਸੀਗਾ, ਉਸ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਉੱਤੇ ਜਿਹੜਾ ਕ੍ਰੋਸ ਕੇਸ ਕੀਤਾ ਗਿਆ, ਉਸ ਦੀ ਨਿਖੇਧੀ ਕੀਤੀ ਹੈ। ਹੁਣ ਜਿਹੜਾ ਉਸ ਦੇ ਮਸਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਅਕਾਲੀ ਦਲ ਹੁਣ ਕਿਉਂ ਬੋਲਿਆ, ਪਹਿਲਾਂ ਕਿਉਂ ਨਹੀਂ ਬੋਲਿਆ ਸੀ ਜਦੋਂ 328 ਸਰੂਪਾਂ ਦੇ ਮਾਮਲੇ 'ਚ ਰਿਪੋਰਟ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਸੀ। ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿਚਾਲੇ ਜਦੋਂ ਮਾਲ ਗੱਡੀਆਂ ਬੰਦ ਹੋਈਆਂ ਨੇ ਤਾਂ ਬਿਜਲੀ ਜਿਹੜਾ ਉਹ ਸੰਕਟ ਪੰਜਾਬ ਨੂੰ ਆਉਂਦਾ ਦਿਖਾਈ ਦੇ ਰਿਹਾ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਮਦਨ ਮੋਹਨ ਮਿੱਤਲ ਭਾਜਪਾ ਦੇ ਸੀਨੀਅਰ ਆਗੂ ਨੇ, ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਨੇ। ਉਹਨਾਂ ਦਾ ਇੱਕ ਬਿਆਨ ਹੈ ਕਿ ਕਿਸਾਨ ਜਿਹੜੇ ਨੇ ਉਹ ਤਾਂ ਖੇਤਾਂ ਵਿੱਚ ਨੇ, ਸੰਘਰਸ਼ ਕਰਨ ਵਾਲੇ ਕਿਸਾਨ ਨਹੀਂ। ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਕਿੱਦਾਂ ਦੇਖਦੇ ਹੋ ਇੱਕ 5 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਕਿਸਾਨਾਂ ਨੇ, ਕਹਿੰਦੇ ਗੱਲ ਬਿਨਾਂ ਜਿਹੜਾ ਉਹ ਇਸ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ। ਬਿਲਕੁਲ। ਇੱਕ ਆਪਾਂ ਕੱਲ੍ਹ ਗੱਲ ਕਰਦੇ ਸੀ ਸੁਖਵਿੰਦਰ ਜੀ, ਜਿੱਦਾਂ ਵੀ ਸੈਂਟਰ ਗੌਰਮੈਂਟ ਵੀ ਥੋੜ੍ਹਾ ਬਹੁਤ ਸ਼ਾਇਦ ਨਰਮ ਰੁਖ ਅਖਤਿਆਰ ਕਰ ਲਵੇ, ਸੰਭਾਵਨਾ ਜੀ ਲੱਗ ਰਹੀ ਸੀਗੀ। ਅਤੇ ਦੂਜਾ ਪਾਸਾ ਜਿਹੜਾ ਕਿਸਾਨਾਂ ਦਾ ਆਪਾਂ ਦੇਖੀਏ ਤਾਂ ਕਿਸਾਨਾਂ ਨੇ ਤਾਂ ਪਹਿਲਾਂ ਹੀ ਇੱਕ ਸਟੈਪ ਆਪ ਅੱਗੇ ਹੋਰ ਵਧਾਇਆ ਸੀ ਜਦੋਂ ਰੇਲਵੇ ਲਾਈਨਾਂ ਛੱਡੀਆਂ ਕਿ ਮਾਲ ਗੱਡੀਆਂ ਨੂੰ ਜਿਹੜੀ ਹੈਗੀ ਆਵਾਜਾਈ ਉਹਨਾਂ ਦੀ ਬਹਾਲ ਕਰ ਲਈ ਜਾਵੇ। ਤਾਂ ਉਹਦੇ ਵਿੱਚ ਤਾਂ ਇਹੀ ਸੀਗਾ ਕਿ ਕਿਸਾਨ ਜਿਹੜਾ ਹੈਗਾ ਉਹ ਆਪਣੀ ਇਸ ਹੱਕ ਨੂੰ, ਹੱਕੀ ਮੰਗ ਨੂੰ ਲੈ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਕਰਨ ਨੂੰ ਤਿਆਰ ਬੈਠੇ ਨੇ। ਦਰਅਸਲ ਗੱਲ ਤਾਂ ਇੰਨਾ ਕਿ ਉਹ ਕਿਸਾਨਾਂ ਨੂੰ ਜਿਹੜਾ ਸੈਂਟਰ ਸਰਕਾਰ ਆ, ਕੇਂਦਰ ਸਰਕਾਰ, ਉਹ ਕਿੱਦਾਂ ਉਹਨਾਂ ਨੂੰ ਉਹ ਸੈਟਿਸਫਾਈ ਕਰਦੀ ਹੈ, ਸੰਤੁਸ਼ਟ ਕਰਦੀ ਹੈ। ਗੱਲ ਤਾਂ ਇੰਨੀ ਕਿ ਉਹਨਾਂ ਦੀ ਮੰਗ ਜਿਹੜੀ ਹੈਗੀ ਜਾਇਜ਼ ਹੈਗੀ ਆ ਅਤੇ ਉਹ ਉਹਦੇ ਉੱਤੇ ਕੀ ਰੁਖ ਅਖਤਿਆਰ ਕਰਦੀ ਹੈ, ਉਹ ਸਿਰਫ ਵੇਟ ਕਰ ਰਹੇ ਨੇ। ਹੁਣ ਜਿਹੜੀ 5 ਮੈਂਬਰੀ ਕਮੇਟੀ ਇਹਨਾਂ ਨੇ ਬਣਾਈ ਆ, ਕੱਲ੍ਹ ਪਰਸੋਂ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ, ਉੱਥੇ 500 ਦੇ ਕਰੀਬ ਜਿਹੜੇ ਦੇਸ਼ ਭਰ 'ਚੋਂ ਵੱਖ-ਵੱਖ ਜਿਹੜੇ ਛੋਟੀਆਂ ਜਾਂ ਵੱਡੀਆਂ ਯੂਨੀਅਨਾਂ ਜਾਂ ਕਮੇਟੀਆਂ ਜਾਂ ਜਥੇਬੰਦੀਆਂ ਬਣੀਆਂ ਹੋਈਆਂ ਨੇ, ਉਹਨਾਂ ਦੇ ਆਗੂ ਜਿਹੜੇ ਉੱਥੇ ਇਕੱਠੇ ਹੋਏ ਸੀਗੇ। 346 ਦੇ ਕਰੀਬ ਜਥੇਬੰਦੀਆਂ ਜਿਹੜੀਆਂ ਵੱਡੀਆਂ ਸੀਗੀਆਂ, ਉਹ ਦੇਸ਼ ਭਰ 'ਚੋਂ ਉਹਨਾਂ ਨੇ ਅਹਿਮ ਫੈਸਲੇ ਲਏ ਨੇ। ਉਹ 'ਚ 5 ਮੈਂਬਰੀ ਕਮੇਟੀ ਚੁਣੀ ਹੈ। BM ਸਿੰਘ ਨੇ, ਇੱਕ ਤਾਂ ਗੁਰਨਾਮ ਸਿੰਘ ਹੈ, ਬਲਵੀਰ ਰਾਜੇਵਾਲਾ, ਰਾਜੂ ਸ਼ੈਂਟੀ ਆ, ਜੋਗਿੰਦਰ ਯਾਦਵ ਹੋਰੀ, ਇਹਨਾਂ ਨੂੰ 5 ਮੈਂਬਰਾਂ ਨੂੰ ਇਹਨਾਂ ਨੇ ਨਾਲ ਰੱਖ ਕੇ ਕਮੇਟੀ ਬਣਾਈ ਹੈ ਜਿਨ੍ਹਾਂ ਨੇ ਵੱਡੇ ਫੈਸਲੇ ਲੈਣੇ ਨੇ। ਹੁਣ ਉਹਨਾਂ ਦਾ ਵਿੱਚ ਵਿਸ਼ੇਸ਼ ਜਿਹੜਾ ਫੈਸਲਾ ਉਹ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ਾਂ ਨੂੰ ਮਜ਼ਬੂਤ ਕਿਵੇਂ ਕਰਿਆ ਜਾਵੇ। ਅਤੇ ਦੂਜਾ ਇਹ ਹੈਗਾ ਕਿ 5 ਨਵੰਬਰ ਨੂੰ ਦੇਸ਼ ਭਰ 'ਚ ਚੱਕਾ ਜਾਮ ਕਰਿਆ ਜਾ ਰਿਹਾ 4 ਘੰਟੇ ਲਈ। 26 ਨੂੰ ਦਿੱਲੀ ਚੱਲੋ ਅੰਦੋਲਨ ਵਿੱਢਿਆ ਜਾ ਰਿਹਾ ਹੈ। ਅਤੇ ਉਹਦੇ ਤਹਿਤ ਇੱਕ ਆਪਾਂ ਹੋਰ ਗੱਲ ਇਹਨਾਂ ਦੇ ਵਿੱਚ ਕਰਦੀ ਹੈ ਕਿ ਸੂਬਿਆਂ ਦੇ ਵਿੱਚ ਸਰਕਾਰੀ ਦਫ਼ਤਰਾਂ, ਕੇਂਦਰ ਸਰਕਾਰ ਦੇ ਦਫ਼ਤਰਾਂ, ਇੱਥੋਂ ਇਹਦੇ ਨਾਲ ਜਿਹੜੇ ਕਾਰਪੋਰੇਟ ਅਦਾਰੇ ਨੇ ਜਾਂ ਕਾਰਪੋਰੇਟ ਘਰਾਣੇ ਨੇ, ਉਹਨਾਂ ਦੇ ਦਫ਼ਤਰਾਂ ਦਾ ਘਿਰਾਓ ਜਾਂ ਉਹਨਾਂ ਦੇ ਜਿਹੜੇ ਬਿਜ਼ਨਸ ਨੇ ਉਹਨਾਂ ਦਾ ਘਿਰਾਓ ਕਰਿਆ ਜਾਊਗਾ। ਉਹ ਨਾਲ ਦੀ ਨਾਲ ਕੌਮੀ ਪੱਧਰ ਦੇ ਉੱਤੇ ਜਿਹੜਾ ਇੱਕ ਫੈਸਲਾ ਲਿਆ ਗਿਆ, ਉਹ ਇਹ ਲਿਆ ਗਿਆ ਕਿ ਭਾਜਪਾ ਦੇ ਆਗੂਆਂ ਦਾ ਵੀ ਵਿਰੋਧ ਜਿਹੜਾ ਹੈਗਾ ਜਾਂ ਘਿਰਾਓ ਕੀਤਾ ਜਾਊਗਾ, ਕੌਮੀ ਪੱਧਰ 'ਤੇ ਕੀਤਾ ਜਾਊਗਾ। ਹਰੇਕ ਸਟੇਟ ਦੇ ਵਿੱਚ ਇਹ ਫੈਸਲਾ ਲਿਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਿਵੇਂ ਮਜ਼ਬੂਤ ਕੀਤਾ ਜਾਂਦਾ ਜਾਂ ਕਿਵੇਂ ਇਹਨੂੰ ਇਹਦੀ ਰੂਪ ਰੇਖਾ ਲਿਖੀ ਜਾਂਦੀ ਹੈ, ਸਾਰੀ ਇਹ ਜਿਹੜੀ ਕਮੇਟੀ ਹੈ ਉਹ ਤੈਅ ਕਰੇਗੀ। ਪਰ ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਨੇ ਮਦਨ ਮੋਹਨ ਮਿੱਤਲ, ਉਹ ਤਾਂ ਕਹਿੰਦੇ ਕਿ ਕਿਸਾਨ ਤਾਂ ਸੰਘਰਸ਼ ਕਰ ਹੀ ਨਹੀਂ ਰਹੇ। ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ 'ਤੇ ਸਵਾਲ ਜਿਵੇਂ ਭਾਜਪਾ ਅੱਗੇ ਚੁੱਕਦੀ ਹੈ, ਇਹ ਵਿਚੋਲੀਏ ਕਹਿ ਕੇ ਕਹਿੰਦੀ ਆ, ਪਰ ਮਦਨ ਮੋਹਨ ਮਿੱਤਲ ਕਹਿੰਦੇ ਨੇ ਕਿ ਕਿਸਾਨ ਤਾਂ ਖੇਤਾਂ ਦੇ ਵਿੱਚ ਬੈਠੇ ਨੇ, ਸੰਘਰਸ਼ ਕਰਨ ਵਾਲੇ ਕਿਸਾਨ ਨਹੀਂ। ਜੇ ਉਹ ਕਿਸਾਨ ਨਹੀਂ ਹੈਗੇ ਫਿਰ ਇਹਨਾਂ ਨੂੰ ਇੱਦਾਂ ਦਾ ਬਿਆਨ ਦੇਣ ਦੀ ਲੋੜ ਵੀ ਕੀ ਆ। ਇੱਕ ਪਾਸੇ ਦੇਖੋ, ਜੇ ਸਾਰੇ ਹੀ ਆਹ ਵਿਚੋਲੀਏ ਬੈਠੇ ਨੇ, ਠੀਕ ਹੈ, ਤੁਸੀਂ ਕਿਉਂ ਚਿੰਤਾ ਕਰਦੇ ਹੋ? ਤੁਹਾਡੀ ਤਾਂ ਫਿਰ ਸਰਕਾਰ ਬਣੀ ਹੋਈ ਆ, ਤੁਹਾਨੂੰ ਤਾਂ ਸਮਰਥਨ ਹੈਗਾ ਹੀ ਹੈ। ਇੰਨੇ ਕੁ ਤਾਂ ਜੇ ਤੁਸੀਂ ਗੱਲ ਕਰਦੇ ਹੋ ਵੀ ਆਹ ਥੋੜ੍ਹੇ ਬਹੁਤੇ ਸਮਝਦੇ ਹੋ ਉਹਨਾਂ ਨੂੰ, ਆ ਕਿਸਾਨ ਨਹੀਂ ਹੈਗੇ ਗੱਲ ਕਰਦੇ ਹੋ ਜਾਂ ਵਿਚੋਲੀਏ ਕਹਿੰਦੇ ਹੋ ਇਹਨਾਂ ਨੂੰ, ਤਾਂ ਫਿਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ। ਇਹ ਤਾਂ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਹੋਣਗੇ ਰਲਵੇਂ ਮਿਲਵੇਂ,
ਤੁਹਾਡਾ ਤਾਂ ਮਜ਼ਬੂਤ ਤੁਹਾਡਾ ਬੈਕ ਤੇ ਖੜਾ ਤੁਹਾਡੀ ਤੇ, ਤੁਹਾਨੂੰ ਇਹੋ ਜਿਹੇ ਬਿਆਨ ਦੇਣ ਦੀ ਵੀ ਲੋੜ ਨਹੀਂ। ਤੇ ਜੇ ਤੁਹਾਨੂੰ ਲੱਗਦਾ ਕਿ ਕਿਸਾਨ ਇੱਥੇ ਹੈਗੇ ਨਹੀਂ, ਕਿਸਾਨ ਖੇਤਾਂ 'ਚ ਬੈਠੇ ਕੰਮ ਕਰ ਰਹੇ ਨੇ, ਤੇ ਤੁਸੀਂ ਉਹਨਾਂ ਕੋਲ ਜਾਓ, ਤੁਸੀਂ ਉਹਨਾਂ ਨੂੰ ਲਾਮਬੰਦ ਕਰਕੇ ਤੁਸੀਂ ਕਿਉਂ ਨਹੀਂ ਲੈ ਕੇ ਆਉਂਦੇ? ਤੁਸੀਂ ਉਹ ਕਹਿੰਦੇ ਮੈਂ ਆਪ ਨਾਲ ਜਾ ਕੇ ਕਿਸਾਨਾਂ ਦੀ ਕੇਂਦਰ ਨਾਲ ਗੱਲਬਾਤ ਕਰਾਊਂਗਾ, ਮੇਰੇ ਨਾਲ ਚੱਲਣ। ਕਿਹੜੇ ਕਿਸਾਨਾਂ ਨੂੰ ਲੈ ਕੇ ਜਾਣਗੇ? ਦੱਸਣ ਤਾਂ ਸੀ ਵੀ ਆਹ ਕਿਸਾਨ ਨੇ, ਕਿਸ ਕਿਸਾਨ ਦੀ ਗੱਲ ਕਰਦੇ ਉਹ? ਆਪ ਇਕੱਠ ਕਰ ਲੈਣ ਉਹ ਕਿਸੇ ਥਾਂ ਤੇ, ਕਿ ਪੰਜਾਬ ਦੇ ਵਿੱਚ ਭਾਜਪਾ ਦੇ ਆਹ ਕਿਸਾਨ ਇਕੱਠੇ ਕਰਤੇ ਆ, ਪਿੰਡਾਂ ਦੇ ਵਿੱਚੋਂ ਆਏ ਨੇ, ਦੇ ਦੇਣ ਉਹਨਾਂ ਦੇ ਨਵੇਂ ਨਾਂ ਪਤੇ ਦੇ ਦੇਣ ਇਹਨਾਂ ਕਿਸਾਨਾਂ ਨੂੰ, ਜਿਹੜੇ ਵਿਚੋਲੀਏ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਦੇ ਦੇਣ। ਉਹ ਆਪ ਪਤਾ ਕਰ ਲੈਣਗੇ ਵੀ ਕਿਸਾਨ ਹੈਗੇ ਵੀ ਨੇ ਉਹ ਨਹੀਂ ਹੈਗੇ। ਤੇ ਕਿਸਾਨਾਂ ਨੂੰ ਤੁਸੀਂ ਇਕੱਠ ਕਰਕੇ ਦਿਖਾ ਦਿਓ ਵੀ ਆਹ ਕਿਸਾਨ ਨੇ ਸਾਡੇ ਨਾਲ, ਇਹ ਮੋਦੀ ਦਾ ਸਮਰਥਨ ਕਰਦੇ ਨੇ। ਦਿਖਾਉਂਦੇ ਕਿਉਂ ਨਹੀਂ? ਇੱਕ ਗੱਲ ਹੋਰ ਇੱਥੇ ਮੈਂ ਕਰਨੀ ਚਾਹੁੰਦਾ, ਤੁਸੀਂ ਵੈਸੇ ਤਾਂ ਇਹ ਇੱਕ ਆਮ ਜੀ ਗੱਲ ਆਪਾਂ ਕਰ ਰਹੇ ਹਾਂ, ਸਭ ਨੂੰ ਪਤਾ ਹੋਣੀ ਚਾਹੀਦੀ ਹੈ। ਪਤਾ ਵੀ ਹੈ, ਲੋਕ ਥੋੜ੍ਹੀ ਬਹੁਤੀ ਅਵੇਸਲੀ ਕਰ ਲੈਂਦੇ ਨੇ, ਅਵੇਸਲਪਣਾ ਕਰ ਦਿੰਦੇ ਨੇ ਥੋੜ੍ਹਾ। ਇਹ ਕੋਈ ਸੰਘਰਸ਼ ਇਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸਾਨੀ ਦਾ ਜਾਂ ਕਿਸੇ ਪਾਰਟੀ ਦਾ, ਪਹਿਲਾਂ ਵੀ ਆਪਾਂ ਇਹ ਗੱਲ ਕਰਦੇ ਹੁੰਦੇ ਹਾਂ। ਇਸ ਸੰਘਰਸ਼ ਦੇ ਵਿੱਚ ਤਾਂ ਤੁਸੀਂ ਸਾਰਿਆਂ ਨੇ ਆਉਣਾ ਚਾਹੀਦਾ ਹੈ। ਚਾਹੇ ਉਹ ਹੁਣ ਦੇਖੋ ਧਰਮ ਦਾ ਰੌਲਾ ਪਾ ਕੇ ਤੁਸੀਂ ਹੁਣ ਦੇਖਿਆ ਜੀ ਸੰਭੂ ਮੋਰਚੇ 'ਤੇ ਕੀ ਹੋਇਆ, ਕਿਸੇ ਨੇ ਆ ਕੇ ਖਾਲਿਸਤਾਨ ਦਾ ਨਾਅਰਾ ਲਾਤਾ ਤੇ ਕੋਈ ਵਕੀਲ ਉੱਠਿਆ ਹਾਕਮ ਸਿੰਘ ਨਾਂ ਦਾ, ਉਹਨੇ ਚੱਕ ਕੇ ਪੁਲਿਸ ਬੁਲਾ ਲਈ ਤੇ ਪਰਚਾ ਦਰਜ ਕਰਾਤਾ। ਜੋ ਵੀ ਹੋਇਆ ਉਹਦੀ ਨਿਖੇਧੀ ਹੋਣ ਲੱਗੀ। ਹੁਣ ਉੱਧਰਲੇ ਪਾਸੇ ਨੂੰ ਇੱਕ ਮੂਵਮੈਂਟ ਲੱਗ ਤੁਰ ਜਾਣੀ ਹੈ, ਹੁਣ ਆਉਣ ਵਾਲੇ ਸਮੇਂ 'ਚ ਹੋ ਜਾਣਾ ਇੱਕ। ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਇਹਦੇ 'ਚ ਧਰਮ ਵਾਲਾ ਵਿਸ਼ਾ ਹੀ ਨਹੀਂ ਕੋਈ। ਅਨਾਜ ਕਿਹਨੂੰ ਨਹੀਂ ਚਾਹੀਦਾ? ਕਿਹੜਾ ਧਰਮ ਵਾਲਾ ਉਹ ਆ ਕੇ ਕਹਿ ਦੇਵੇ ਅੱਗੇ ਵੀ ਸਾਨੂੰ ਅਨਾਜ ਦੀ ਲੋੜ ਨਹੀਂ, ਅਸੀਂ ਵਿਰੋਧ ਕਰਦੇ ਹਾਂ ਇਸ ਚੀਜ਼ ਦਾ? ਠੀਕ ਹੈ, ਗੱਲ ਤਾਂ ਇੱਥੇ ਅਨਾਜ ਦੀ, ਅੰਨ ਦੀ ਹੋ ਰਹੀ ਹੈ, ਅੰਨਦਾਤਾ ਦੀ ਹੋ ਰਹੀ ਆ। ਤੇ ਉਹਦੇ ਲਈ ਤੁਸੀਂ ਸਾਰੇ ਧਰਮ ਵਾਲੇ ਲੋਕ ਇਕੱਠੇ ਹੋ ਕੇ ਆਓ, ਤੁਸੀਂ ਪਾਰਟੀ ਵਾਈਜ਼ ਤੋਂ ਪਰੇ ਹੋ ਕੇ ਆਓ। ਤੁਸੀਂ ਕੋਈ ਹਿੰਦੂ ਕੀ ਇੱਥੇ ਹਿੰਦੂ ਨੂੰ ਰੋਟੀ ਨਹੀਂ ਚਾਹੀਦੀ? ਜਾਂ ਖੋਤੀ ਜਿਹੜੇ ਧਰਮ ਬਣਾ ਕੇ ਇਹ ਜਥੇਬੰਦੀਆਂ ਖੋਤੀ ਬਣੀਆਂ ਫਿਰਦੀਆਂ ਨੇ, ਕੱਟੜਤਾ ਫੈਲਾਈ ਫਿਰਦੇ ਨੇ, ਉਹਨਾਂ ਨੂੰ ਰੋਟੀ ਨਹੀਂ ਚਾਹੀਦੀ? ਤੇ ਕਿ ਇਕੱਲੀਆਂ ਵੋਟਾਂ ਨੇ ਤੁਹਾਨੂੰ ਰਜਾ ਦੇਣਾ? ਇਹ ਤਾਂ ਸਾਰੀਆਂ ਪਾਰਟੀਆਂ ਨੂੰ ਆ ਕੇ ਇੱਥੇ ਬੈਠ ਜਾਣਾ ਚਾਹੀਦਾ ਸੀਗਾ। ਜੇ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਨੇ ਕੋਈ ਫੈਸਲਾ ਲਿਆ ਵੀ ਹੈ ਤਾਂ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਕਾਈ ਆ ਉਹ ਵੀ ਕਹਿੰਦੀ ਵੀ ਹਾਂ ਇਹ ਗਲਤ ਆ, ਅਸੀਂ ਤੁਹਾਡੇ ਨਾਲ ਆ। ਪਰ ਪੰਜਾਬ ਦੇ ਵਿੱਚ ਜਿਹੜਾ ਉਹ ਲਗਾਤਾਰ ਜਦੋਂ ਮਾਲ ਗੱਡੀਆਂ ਬੰਦ ਹੋਈਆਂ ਨੇ ਤਾਂ ਉਹ ਕਹਿੰਦੇ ਕਿ ਬਦਲਾਖੋਰੀ ਵਾਲੀ ਇੱਕ ਨੀਤੀ ਜਿਹੜੀ ਹੈ ਉਹ ਕੇਂਦਰ ਉਸ ਤਰ੍ਹਾਂ ਦੀ ਨੀਤੀ ਉੱਤੇ ਚੱਲ ਰਿਹਾ ਹੈ। ਪੰਜਾਬ 'ਚ ਤੁਸੀਂ ਦੇਖਿਆ ਕਿ ਬਿਜਲੀ ਦੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੀ ਬੱਤੀ ਵੀ ਗੁੱਲ ਹੁੰਦੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ। ਇਹਨੂੰ ਲੈ ਕੇ ਕਹਿੰਦੇ ਆਰਥਿਕ ਸੰਕਟ ਵਿੱਚ ਪੰਜਾਬ ਘਿਰ ਰਿਹਾ। ਉਹਨੂੰ ਕਿਤੇ ਦੇਖਦੇ ਹੋ ਭਾਜਪਾ ਉਹਦੇ ਵੱਲ ਕਿਉਂ ਨਹੀਂ ਦੇਖਦੀ? ਕਿਉਂਕਿ ਜੇ 2022 'ਚ ਮੈਦਾਨ ਤਿਆਰ ਕਰਦੇ ਨੇ ਤਾਂ ਲੜਨਾ ਤਾਂ ਇਸੇ ਪੰਜਾਬ ਦੀ ਧਰਤੀ 'ਤੇ ਹੈ ਨਾ। ਜੇ ਇਸੇ ਪੰਜਾਬ 'ਚ ਇੰਨੀ ਆਰਥਿਕਤਾ ਦੀ ਮਾਰ ਝੱਲਣੀ ਪੈ ਸਕਦੀ ਹੈ ਤੇ ਫਿਰ ਕੱਲ੍ਹ ਨੂੰ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਣ? ਉਹੀ ਗੱਲ ਕਰ ਰਿਹਾ ਸੀ ਸੁਖਵਿੰਦਰ ਵੀ ਇਕੱਲਾ ਵੋਟਾਂ ਕਿਸੇ ਇੱਕ ਧੜੇ ਨੇ ਪਵਾ ਦੇਣੀਆਂ ਨੇ। ਕਿਸੇ ਕੀ ਇੱਕ ਧੜੇ ਦੇ ਵੋਟਾਂ ਲੈ ਕੇ ਤੁਸੀਂ ਜਿੱਤ ਜਾਓਗੇ? ਵੋਟ ਲੈਣ ਲਈ ਤਾਂ ਤੁਹਾਨੂੰ ਹਰ ਇੱਕ ਵੋਟਰ ਦੀ ਲੋੜ ਹੈਗੀ ਨਾ। ਕੀ ਉਦੋਂ ਤੁਸੀਂ ਮਜ਼ਹਬ ਨੂੰ, ਧਰਮ ਨੂੰ ਮੂਹਰੇ ਰੱਖ ਕੇ ਜਾਂਦੇ ਹੋ ਵੀ ਵੋਟ ਮੰਗਣ ਜਾ ਰਹੇ ਹਾਂ ਅਸੀਂ ਫਲਾਣੇ ਧਰਮ ਦੇ ਨਹੀਂ ਜਾਣਾ, ਅਸੀਂ ਤਾਂ ਇਹਨਾਂ ਧਰਮਾਂ ਦੇ ਲੋਕਾਂ ਕੋਲ ਜਾਣਾ, ਇਸ ਧਰਮ ਦੇ ਲੋਕ ਕੋਲ ਜਾਣਾ? ਤੇ ਉਹ ਜੇ ਉੱਥੇ ਨਹੀਂ ਉਸ ਟਾਈਮ ਨਹੀਂ ਤੁਸੀਂ ਸੋਚਦੇ, ਅੱਜ ਕਿਉਂ ਸੋਚ ਰਹੇ ਹੋ? ਅੱਜ ਤੁਹਾਨੂੰ ਸਾਰਿਆਂ ਨੂੰ ਨਾਲ ਇਕੱਠੇ ਹੋ ਕੇ ਇੱਥੇ ਖੜ੍ਹ ਜਾਣਾ ਚਾਹੀਦਾ ਸੀ। ਤੁਸੀਂ ਸੂਬੇ ਦੇ ਵਿੱਚੋਂ ਵੋਟਾਂ ਲੈਣੀਆਂ ਨੇ, ਇਹਨਾਂ ਕਿਸਾਨਾਂ ਦੇ ਕੋਲੋਂ ਹੀ ਵੋਟਾਂ ਲੈਣੀਆਂ ਨੇ। ਭਾਜਪਾ ਕਿੱਥੋਂ ਲਿਆਓ ਵੋਟਾਂ? ਕਿ ਉਹਨਾਂ ਦੇ ਘਰੇ ਬੈਠੀਆਂ ਨੇ ਵੋਟਾਂ, ਵੀ ਜਿਨ੍ਹਾਂ ਨੂੰ ਵੋਟਾਂ ਪਵਾ ਕੇ ਜਿੱਤ ਜਾਣਗੇ, ਇਹਨਾਂ ਦੀ ਲੋੜ ਨਹੀਂ ਹੈਗੀ। ਉਹ ਚੀਜ਼ਾਂ ਕਿਉਂ ਨਹੀਂ ਸੋਚਦੇ? ਰਹੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ ਵਿਤਕਰਾ ਜਾਂ ਧੱਕੇਸ਼ਾਹੀ ਜਾਂ ਐਂਟਰੀ ਬੰਦ ਕਰ ਦਿਓ, ਅੜੀਅਲ ਰਵੱਈਆ, ਉਹ ਕਿਹਦੇ ਨਾਲ ਕਰਨਗੇ? ਅੱਜ ਪੰਜਾਬ ਉੱਠਿਆ ਹੈ, ਪੰਜਾਬ ਨੂੰ ਪਤਾ ਵੀ ਮੇਰੀ ਕਿਸਾਨੀ ਤੇ ਮੇਰਾ ਕਿਸਾਨ ਮਰ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਪਤਾ ਹੈ ਇਸ ਗੱਲ ਦਾ, ਉਹਨਾਂ ਕੋਲ ਹੋਰ ਦੂਜਾ ਬਦਲ ਕੋਈ ਨਹੀਂ ਕਿਸਾਨੀ ਤੋਂ ਬਿਨਾਂ। ਤੇ ਕੱਲ੍ਹ ਨੂੰ ਕੋਈ ਹੋਰ ਸੂਬਾ ਵੀ ਉੱਠੇਗਾ ਤੇ ਉਹ ਉੱਠ ਕੇ ਜੇ ਇੱਦਾਂ ਕਰਨ ਲੱਗੇ ਫਿਰ ਉੱਥੇ ਵੀ ਰੇਲ ਗੱਡੀਆਂ ਰੋਕ ਦੋਗੇ। ਕਿੱਥੇ ਰੋਕੋਗੇ? ਜਿਹੜੀ ਚੀਜ਼ ਗਲਤ ਹੈ ਉਹ ਤਾਂ ਗਲਤ ਹੈ ਨਾ। ਜਦੋਂ ਲੋਕ ਸਾਰੇ ਤੁਸੀਂ ਇੱਕ ਗੱਲ ਸੋਚੋ, ਹੁਣ ਸਰਕਾਰ ਮੋਦੀ, ਹੁਣ ਭਾਜਪਾ ਵਾਲੇ ਆਗੂ ਚਾਹੇ ਮੋਦੀ ਆ ਉਹ ਸੈਂਟਰ ਦੇ ਵਿੱਚ, ਚਾਹੇ ਪੰਜਾਬ 'ਚ ਬੈਠੇ ਨੇ ਜਾਂ ਦੇਸ਼ ਦੇ ਕਿਸੇ ਸੂਬੇ 'ਚ ਵੀ ਬੈਠੇ ਨੇ, ਭਾਜਪਾ ਆਗੂ ਇਸ ਗੱਲ ਦਾ ਜਵਾਬ ਦੇਣ ਜਿਹੜਾ ਦਿੱਲੀ ਦੇ ਵਿੱਚ ਕੱਲ੍ਹ ਇਕੱਠ ਹੋਇਆ ਪਰਸੋਂ, ਉਹਦੇ ਵਿੱਚ ਦੇਸ਼ ਭਰ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਦੇ ਆਗੂ ਆਏ ਨੇ। ਕਿਉਂ ਆ ਗਏ ਉਹ? ਸੜਕਾਂ ਦੇ ਉੱਤੇ ਬੱਚਿਆਂ ਸਣੇ, ਔਰਤਾਂ ਸਣੇ, ਬਜ਼ੁਰਗ ਸਾਰੇ ਰੇਲਵੇ ਲਾਈਨਾਂ ਤੇ ਘਰ-ਬਾਰ ਛੱਡ ਕੇ, ਕੰਮਕਾਰ ਛੱਡ ਕੇ ਬੈਠੇ ਨੇ। ਦੇਸ਼ ਭਰ ਦੇ ਵਿੱਚ ਅੰਦੋਲਨ ਹੋਣੇ ਸ਼ੁਰੂ ਹੋ ਗਏ ਆ, ਸੰਘਰਸ਼ ਹੋ ਰਿਹਾ, ਹਰਿਆਣਾ ਭਖਦਾ ਜਾ ਰਿਹਾ ਸੰਘਰਸ਼ ਹੁਣ। ਤੇ ਉਹ ਕਿਉਂ ਹੈ? ਤੇ ਕੀ ਕੇਵਲ ਮੋਦੀ ਦਾ ਇੱਕ ਫੈਸਲਾ ਇਕੱਲੇ ਬੰਦੇ ਦਾ ਜਾਂ ਚਾਰ ਬੰਦਿਆਂ ਨੇ ਜਿਹੜਾ ਇਕੱਠਾ ਹੋ ਕੇ ਲੈ ਲਿਆ, ਜਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਕਰਨ ਦਾ ਜਿਹੜਾ ਫੈਸਲਾ ਲੈ ਲਿਆ ਉਹੀ ਠੀਕ ਹੈ? ਬਾਕੀ ਲੋਕ ਪਾਗਲ ਨੇ, ਬਾਕੀ ਲੋਕ ਬੇਵਕੂਫ ਨੇ। ਜਿਹੜੇ ਲੋਕ ਤੁਹਾਨੂੰ ਵੋਟਾਂ ਦੇ ਕੇ ਬਿਠਾਉਂਦੇ ਨੇ ਤੁਸੀਂ ਉਹਨਾਂ ਨੂੰ ਬੁੱਧੂ ਸਮਝਦੇ ਹੋ। ਤੇ ਉਹ ਚੀਜ਼ਾਂ ਕਿਉਂ ਨਹੀਂ ਇਹ ਗੱਲਾਂ ਸੋਚਦੇ? ਬਿਜਲੀ ਦਾ ਸੰਕਟ ਦੀ ਗੱਲ ਆਈ ਹੈ ਸਾਹਮਣੇ, ਤਾਂ ਬਿਜਲੀ ਦਾ ਸੰਕਟ ਪੰਜਾਬ ਸਰਕਾਰ ਦੇ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ, ਪੰਜਾਬ ਦੇ ਲੋਕਾਂ ਲਈ ਇੱਕ ਸਬਕ ਆ। ਜੇ ਇੱਦਾਂ ਦਾ ਸੰਕਟ ਆਉਂਦਾ ਹੈ, ਅਸੀਂ ਥਰਮਲ ਪਲਾਂਟਾਂ 'ਤੇ ਕਰੋੜਾਂ ਰੁਪਏ, ਅਰਬਾਂ ਰੁਪਏ ਖਰਚ ਕੇ ਉਹਨਾਂ ਨੂੰ ਬਣਾਇਆ, ਅੱਜ ਉਹ ਬੰਦ ਹੋ ਗਏ। 5456 ਮੈਗਾਵਾਟ ਬਿਜਲੀ ਜਿਹੜੀ ਹੈ ਰੋਜ਼ ਖਪਤ
ਹੋ ਰਹੀ ਹੈ ਪੰਜਾਬ ਦੇ ਵਿੱਚ। ਹੁਣ ਜਿਹੜੇ ਕਹਿੰਦੇ ਨੇ ਉਹ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਹੋ ਗਏ ਆ, ਤੇ ਹੁਣ ਕਿੱਥੋਂ ਲਿਆਉਣਗੇ ਬਿਜਲੀ? ਹੁਣ ਪੰਜਾਬ ਸਰਕਾਰ ਨੂੰ ਵੀ ਜਵਾਬ ਦੇਣਾ ਚਾਹੀਦਾ, ਹੁਣ ਬਿਜਲੀ ਕਿੱਥੋਂ ਆਊਗੀ? ਪਹਿਲਾਂ ਲੋੜ ਸੀ ਜਦੋਂ ਥਰਮਲ ਪਲਾਂਟ ਮੰਨਿਆ ਵੀ ਜਾ ਰਿਹਾ ਸੀ ਕਿ ਪ੍ਰਦੂਸ਼ਣ ਵੀ ਫੈਲਾਉਂਦੇ ਨੇ ਥਰਮਲ ਪਲਾਂਟ, ਤਾਂ ਇਹਨਾਂ ਦੇ ਬਦਲ ਦੇ ਵਿੱਚ ਤੁਹਾਨੂੰ ਜਿੱਦਾਂ ਹੁਣ ਪਰਾਲੀ ਤੋਂ ਬਿਜਲੀ ਉਤਪਾਦਨ ਦੇ ਕਈ ਯੂਨਿਟ ਲੱਗੇ ਸੀ ਪੰਜਾਬ ਦੇ ਵਿੱਚ, ਆਪਣੇ ਘਨੌਰ ਦੇ ਨੇੜੇ ਵੀ ਲੱਗਿਆ ਸੀਗਾ ਇੱਕ, ਉਹ ਇਦਾਂ ਹੀ ਠੱਪ ਹੋ ਕੇ ਬੰਦ ਹੋ ਗਏ, ਮਸ਼ੀਨਰੀ ਲੋਕ ਚੱਕ ਲੈ ਗਏ। ਠੀਕ ਹੈ, ਉਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਦੁਬਾਰਾ ਪ੍ਰਫੁੱਲਿਤ ਕੀਤਾ ਜਾਂਦਾ? ਇੱਕ ਵਾਰ ਉਦਘਾਟਨ ਕਰਕੇ ਲੱਖਾਂ ਰੁਪਇਆ ਲਾ ਕੇ ਫਾਇਦਾ ਦੇ ਕੇ ਉਹਨਾਂ ਨੂੰ ਵਿੱਚੋਂ ਖਾਣ ਵਾਲਿਆਂ ਨੂੰ, ਚਾਹੇ ਕੋਈ ਆ ਉਹ ਵੱਡਾ ਚਾਹੇ ਛੋਟਾ, ਚਾਹੇ ਉਹ ਸਰਕਾਰ ਚਾਹੇ ਵਿਰੋਧੀ ਧਿਰ ਚਾਹੇ ਉੱਥੇ ਅਧਿਕਾਰੀ ਹੈ, ਚਾਹੇ ਕੋਈ ਜਿਹੜਾ ਉੱਥੇ ਉਹ ਲਾ ਰਿਹਾ ਉਹਨੂੰ, ਤੇ ਉਹ ਸਾਰੇ ਬੰਦੇ ਖਾ ਪੀ ਕੇ ਜਦੋਂ ਨਿਕਲ ਜਾਂਦੇ ਨੇ, ਉਹ ਪ੍ਰੋਜੈਕਟ ਬੰਦ ਹੋ ਜਾਂਦੇ ਨੇ, ਉਹ ਲੱਖਾਂ ਰੁਪਇਆ ਲੋਕਾਂ ਦਾ ਗਰਕ ਹੋ ਜਾਂਦਾ। ਤੁਸੀਂ ਥਰਮਲ ਪਲਾਂਟਾਂ ਦੇ ਉੱਤੇ ਡਿਪੈਂਡ ਕਰਦੇ ਸੀ, ਆਹੀ ਪੈਸਾ ਖਰਚ ਕੇ ਆਹ ਛੋਟੇ ਯੂਨਿਟ ਤਿਆਰ ਕਰੇ ਹੁੰਦੇ, ਤੁਹਾਨੂੰ ਕੋਲੇ ਦੀ ਲੋੜ ਹੀ ਨਹੀਂ ਪੈਂਦੀ ਸੀ। ਕਰੋੜਾਂ ਰੁਪਇਆ ਕੋਲਾ ਤੁਸੀਂ ਬਾਹਰੋਂ ਮੰਗਾਉਂਦੇ ਹੋ, ਤੇ ਉਹੀ ਉਸ ਨਾਲ ਕਿੰਨੇ ਹੀ ਪ੍ਰੋਜੈਕਟ ਲੱਗ ਜਾਂਦੇ, ਉਹਦੇ ਨਾਲ ਹੀ ਲੱਗ ਸਕਦੇ ਸੀਗੇ। ਤੇ ਜਿਹੜੇ ਨਾਲ ਥਰਮਲ ਲਵਾਉਂਦੇ ਹੋ ਤੁਸੀਂ ਥਰਮਲ ਦੇ, ਉਹਦੇ ਨਾਲ ਹੀ ਅੰਤਾਂ ਦੀ ਬਿਜਲੀ ਪੈਦਾ ਹੋ ਸਕਦੀ ਹੈ। ਹੁਣ ਵੀ ਤਾਂ ਪੰਜਾਬ ਉੱਤੇ ਡਿਪੈਂਡ ਕਰ ਰਿਹਾ, ਥਰਮਲ ਦੇ ਸਾਰੇ ਥਰਮਲ ਪਲਾਂਟਸ ਦੇ ਜਿਹੜੇ ਯੂਨਿਟ ਨੇ ਸਭ ਬੰਦ ਕਰਤੇ ਆ, ਹੁਣ ਬਿਜਲੀ ਕਿੱਥੋਂ ਆਊਗੀ? ਜੀ ਬਿਲਕੁਲ, ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਗੱਲ ਜਦੋਂ ਉਹੀ ਗੱਲ ਆ ਜਾਂਦੀ ਹੈ ਕਿ ਪੰਜਾਬ ਦੀ ਖੁਦ ਮੁਖਤਿਆਰੀ ਦੀ, ਜੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਂ ਪੰਜਾਬੀਆਂ ਨੂੰ ਇਸ ਕਾਬਲ ਕੀਤਾ ਹੁੰਦਾ ਤਾਂ ਅੱਜ ਕੇਂਦਰ ਕੋਲ ਠੂਠਾ ਲਿਜਾ ਕੇ ਮੰਗਣ ਦੀ ਨੌਬਤ ਨਾ ਆਉਂਦੀ। ਨਵਜੋਤ ਸਿੱਧੂ ਵੀ ਇਹੀ ਗੱਲਾਂ ਕਹਿੰਦੇ ਨੇ। ਕੇਰਲ ਸਰਕਾਰ ਨੇ ਇੱਕ ਫੈਸਲਾ ਕੀਤਾ ਪਰਮਿੰਦਰ ਜੀ ਕਿ ਫਲਾਂ ਤੇ ਸਬਜ਼ੀਆਂ ਦੇ ਅਸੀਂ MSP ਦਿੰਦੇ ਆ, ਇਹਨੂੰ ਹੁਣ ਨਵਜੋਤ ਸਿੱਧੂ ਦੇ ਮਾਮਲੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਸਿੱਧੂ ਵੀ ਇਹੋ ਜਿਹੀਆਂ ਸਲਾਹਾਂ ਦਿੰਦਾ। ਪੰਜਾਬ ਤੇ ਕੇਰਲ ਦੇ ਹਾਲਾਤ ਵਿੱਚ ਕਿਸ ਤਰ੍ਹਾਂ ਦਾ ਫਰਕ ਲੱਗਦਾ ਹੈ ਕਿ ਉਹ ਫੈਸਲੇ ਪੰਜਾਬ ਵਿੱਚ ਲਾਗੂ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ? ਨਹੀਂ ਸੁਖਵਿੰਦਰ ਜੀ, ਗੱਲ ਇੱਦਾਂ ਹੈ ਕਿ ਕੇਰਲ ਦਾ ਤੇ ਪੰਜਾਬ ਦਾ ਬਹੁਤ ਜ਼ਿਆਦਾ ਫਰਕ ਹੈ। ਉੱਥੇ ਦੀ ਸਰਕਾਰ ਹੈ ਜਿਹੜੀ, ਚਾਹੇ ਉਹ ਕਿਸੇ ਪਾਰਟੀ ਦੀ ਹੋਵੇ, ਜੇ ਇੱਦਾਂ ਦਾ ਫੈਸਲਾ ਲੈਂਦੀ ਹੈ ਤਾਂ ਮੇਰੇ ਖਿਆਲ ਲੋਕਾਂ ਬਾਰੇ ਸੋਚਦੀ ਹੈ। ਸਾਡੇ ਕੋਲ ਤਾਂ ਨਾ ਤਾਂ ਦੇਖੋ, ਸਾਡੇ ਕੋਲ ਸਟੋਰੇਜ ਹੈ, ਜੇ ਤੁਸੀਂ ਇਹਨੂੰ ਤਰਜ ਤੇ ਰੱਖਦੇ ਹੋ, ਸਿੱਧੂ ਨੇ ਇਹ ਗੱਲ ਕਹੀ ਸੀਗੀ ਤੇ ਵੀ ਫਲਾਂ ਸਬਜ਼ੀਆਂ ਤੇ MSP ਲਾਗੂ ਕਰੀ ਜਾਵੇ, ਹੈ ਨਾ, ਤਾਂ ਉਹ ਗੱਲ ਇਹ ਵੀ ਹੈਗੀ ਹੈ ਕਿ ਉਹਨੇ ਇਹ ਨਾਲ ਵੀ ਕਿਹਾ ਸੀਗਾ ਕਿ ਸਟੋਰੇਜ ਦੀ ਕੋਈ ਪ੍ਰਬੰਧ ਨਹੀਂ ਪੰਜਾਬ ਸਰਕਾਰ ਕੋਲ, ਤੇ ਦੂਜੀ ਗੱਲ ਉਹਨੇ ਕਿਹਾ ਸੀ ਡਾਇਰੈਕਟ ਸਪਲਾਈ ਦਾ ਕੋਈ ਸਾਧਨ ਨਹੀਂ ਹੈ ਕਿਸੇ ਤਰ੍ਹਾਂ ਦਾ। ਤਾਂ ਇਹੋ ਜਿਹੇ ਸਾਧਨ ਹੁਣ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਅਸੀਂ, ਜਿੱਦਾਂ ਵੀ ਤੁਸੀਂ ਚੋਣ ਮੈਨੀਫੈਸਟੋ ਪਿਛਲੇ ਚੱਕ ਲਓ, ਕਿਸੇ ਵੀ ਪਾਰਟੀ ਦਾ ਚੱਕ ਲਓ, ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਗਲੀਆਂ ਬਣਾ ਦਾਂਗੇ, ਨਾਲੀਆਂ ਬਣਾ ਦਾਂਗੇ, ਚੰਡੀਗੜ੍ਹ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ, ਕਿਸਾਨੀ ਖੁਦਕੁਸ਼ੀਆਂ ਦਾ ਮੁੱਦਾ, ਠੀਕ ਹੈ ਜੀ, ਪਾਣੀਆਂ ਦਾ ਮੁੱਦਾ, ਬਸ ਆਹੀ ਨੇ। ਨਾ ਉਹ ਅੱਜ ਤੱਕ ਸੰਵਰੇ ਨੇ, ਸੁਧਰੇ ਨੇ, ਨਾ ਹੱਲ ਹੋਏ ਨੇ, ਤੇ ਨਾ ਹੀ ਅੱਜ ਕੱਲ੍ਹ ਇਹੋ ਜਿਹੇ ਜਿਹੜੀਆਂ ਜਿਨ੍ਹਾਂ ਨੇ ਅਗਾਂਹ ਵਧੂ ਸੋਚ ਨਾਲ ਕੋਈ ਕੰਮ ਕੀਤਾ ਹੋਵੇ, ਕੋਈ ਸਰਕਾਰ ਇੱਦਾਂ ਦੀ ਕੋਈ ਆਈ ਹੈ ਜਿਹੜੀ ਇੱਦਾਂ ਕਿਸਾਨਾਂ ਲਈ, ਲੋਕਾਂ ਲਈ, ਬੇਰੁਜ਼ਗਾਰਾਂ ਲਈ, ਪੰਜਾਬ ਦਿਆਂ ਦੇ, ਜਾਂ ਜਿਹੜੇ ਪਾੜੇ ਬਾਹਰ ਜਾ ਰਹੇ ਨੇ ਲੱਖਾਂ ਰੁਪਇਆ ਕਰੋੜਾਂ ਰੁਪਇਆ ਖਰਚ ਕੇ, ਉਹਨਾਂ ਬਾਰੇ ਸੋਚਿਆ ਹੋਵੇ, ਇਹੋ ਜਿਹਾ ਕੁਝ ਨਹੀਂ ਸੋਚਿਆ ਕਿਸੇ ਨੇ ਵੀ। ਸੋ ਇਹ ਗੱਲਾਂ ਜ਼ਰੂਰੀ ਨੇ ਕਿ ਪਹਿਲਾਂ ਇੱਦਾਂ ਦੇ ਪ੍ਰਬੰਧ ਸਰਕਾਰ ਨੂੰ ਦੇਣੇ ਚਾਹੀਦੇ ਨੇ। ਤੁਹਾਡੇ ਕੋਲ ਹੁਣ ਪੰਜਾਬ ਸਰਕਾਰ ਕੋਲ ਮੌਕਾ ਵੀ ਹੈਗਾ, ਜੇ ਪੰਜਾਬ ਸਰਕਾਰ ਚਾਹੇ ਤਾਂ ਦੋਨੋਂ ਚੀਜ਼ਾਂ ਹੱਲ ਹੋ ਸਕਦੀਆਂ। ਬਿਜਲੀ ਦਾ ਵੀ ਹੱਲ ਹੋ ਸਕਦਾ, ਆਪਣੀ ਬਿਜਲੀ ਪੈਦਾਵਾਰ ਦੂਜੇ ਤਰੀਕਿਆਂ ਨਾਲ ਸ਼ੁਰੂ ਕੀਤੀ ਜਾਵੇ, ਠੀਕ ਹੈ ਜੀ, ਤੇ ਆ ਵੀ ਹੱਲ ਹੋ ਸਕਦਾ ਕਿ ਜਲਦ ਤੋਂ ਜਲਦ ਜਿਹੜੇ ਇੱਦਾਂ ਦੇ ਸਟੋਰੇਜ ਕਰਕੇ ਉਹਨਾਂ ਦੀ MSP ਤਿਆਰ ਕਰਕੇ ਉਹਨਾਂ ਨੂੰ ਦੇਈ ਜਾਵੇ। ਜੇ ਕੇਰਲ ਦੀ ਤਰਜ਼ 'ਤੇ ਚੱਲਣਾ ਹੈ ਤਾਂ ਪਹਿਲਾਂ ਪ੍ਰਬੰਧ ਕਰਨੇ ਜ਼ਰੂਰੀ ਹੋਣਗੇ। ਮਾਰਕੀਟਿੰਗ ਦਾ ਪ੍ਰਬੰਧ ਹੋਣਾ ਚਾਹੀਦਾ, ਸਟੋਰੇਜ ਦਾ ਪ੍ਰਬੰਧ ਹੋਣਾ ਚਾਹੀਦਾ, ਡਾਇਰੈਕਟ ਸਪਲਾਈ ਦਾ ਵੀ ਪ੍ਰਬੰਧ ਹੋਣਾ ਚਾਹੀਦਾ, ਬਿਜਲੀ ਦਾ ਵੀ ਪ੍ਰਬੰਧ ਹੋਣਾ ਚਾਹੀਦਾ। ਹੁਣ ਬਿਜਲੀ ਦੀ ਘਾਟ ਕਾਰਨ ਕਈ ਕਾਰੋਬਾਰੀ, ਛੋਟੇ ਕਾਰੋਬਾਰੀ ਜਿਹੜੇ ਉਹ ਸਖਤੇ ਵਿੱਚ ਨੇ, ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ, ਲੁੱਟਿਆ ਮਹਿਸੂਸ ਕਰ ਰਹੇ ਨੇ। ਉਹ ਤਾਂ ਗਲਤ ਕਹਿਣਗੇ ਕੱਲ੍ਹ ਨੂੰ, ਤੇ ਕੱਲ੍ਹ ਨੂੰ ਫਿਰ ਸਰਕਾਰ ਕੀ ਜਵਾਬ ਦੇਊਗੀ? ਜੇ ਅੱਜ ਪ੍ਰਬੰਧ ਨਹੀਂ ਕਰ ਪਾਈ ਬਿਜਲੀ ਦਾ ਸਰਕਾਰ, ਚਾਹੇ ਉਹ ਇੱਥੇ ਅਕਾਲੀਆਂ ਦੀ ਹੈ ਚਾਹੇ ਕਾਂਗਰਸ ਦੀ ਹੈ, ਤਾਂ ਕੀ ਜਵਾਬ ਦੇਊਗੀ? ਲੋਕਾਂ ਕੋਲ ਕਿਹੜਾ ਮੂੰਹ ਲੈ ਕੇ ਜਾਊ? ਜੇ ਮੁੱਢਲੀ ਇਹ ਬੁਨਿਆਦੀ ਲੋੜ ਮੰਨੀ ਜਾ ਸਕਦੀ ਹੈ ਹੁਣ ਤਾਂ ਬਿਜਲੀ, ਇਹ ਤੋਂ ਬੱਚਿਆਂ ਦੀ ਪੜ੍ਹਾਈ ਤੱਕ ਵੀ ਬਿਜਲੀ 'ਤੇ ਚੱਲ ਰਹੀ ਹੈ, ਹੁਣ ਤਾਂ ਇੰਟਰਨੈਟ 'ਤੇ ਸ਼ੁਰੂ ਹੋ ਗਈ ਹੈ ਜਿਹੜੀ ਆਨਲਾਈਨ ਪੜ੍ਹਾਈ ਹੋ ਰਹੀ ਹੈ। ਸੋ ਇਹਨਾਂ ਚੀਜ਼ਾਂ ਦਾ ਪ੍ਰਬੰਧ ਅਗਾਊਂ ਕਰਨਾ ਚਾਹੀਦਾ। ਹੁਣੀ ਅੱਜ ਜੇ ਇੱਦਾਂ ਦੀ ਮੁਸੀਬਤ ਆਈ ਹੈ ਕਿਸਾਨਾਂ 'ਤੇ, ਤਾਂ ਕਿਸਾਨਾਂ 'ਤੇ ਇਹ ਮੁਸੀਬਤ ਇਕੱਲੇ ਨਹੀਂ, ਇਹ ਪੰਜਾਬ ਦੇ ਲੋਕਾਂ 'ਤੇ ਸਾਰਿਆਂ 'ਤੇ ਹੀ ਆ, ਚਾਹੇ ਕਿਸੇ ਧਰਮ ਦਾ, ਚਾਹੇ ਕਿਸੇ ਮਜ਼ਹਬ ਦਾ, ਚਾਹੇ ਕਿਸੇ ਜਾਤ ਦਾ, ਚਾਹੇ ਕਾਰੋਬਾਰੀ ਹੈ, ਚਾਹੇ ਨੌਕਰੀ ਪੇਸ਼ਾ ਆ। ਤੇ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਕਾਰ ਨੂੰ ਚਾਹੀਦਾ ਕਿ ਹੁਣ ਆਪਣੇ ਐਕਸਪਰਟਸ ਨੇ ਜਿਹੜੇ, ਉਹਨਾਂ ਨੂੰ ਬਿਠਾਵੇ, ਕਮੇਟੀ ਬਣਾਵੇ, ਔਰ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੇ ਉੱਤੇ ਪੈਸਾ ਖਰਚੇ, ਨਾ ਕਿ ਕਿਸੇ ਨੂੰ ਕਾਰਾਂ ਦੇਤੀਆਂ, ਕਿਸੇ ਨੂੰ ਬਾਹਰ ਆਪਣੇ ਸਰਕਾਰੀ ਖਰਚੇ ਤੇ ਭੇਜਤਾ, ਤੇ ਇਦਾਂ ਦੇ ਖਰਚੇ ਬੰਦ ਕਰ ਦੇਣੇ ਚਾਹੀਦੇ। ਇੱਕ ਅਖੀਰ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਜਿਹੜਾ ਤਕਰਾਰ ਹੋਇਆ ਸੀ ਪਰਮਿੰਦਰ ਜੀ, ਉਹਦੇ ਵਿੱਚ ਕ੍ਰਾਸ ਪਰਚਾ ਹੋ ਗਿਆ। ਇਹ ਤਾਂ ਸੁਭਾਵਿਕ ਹੈ ਕਿ ਕ੍ਰਾਸ ਕੇਸ ਹੋਣਾ ਸੀ, ਦੋਹਾਂ ਧਿਰਾਂ
ਆਪਸ ਵਿੱਚ ਲੜੀਆਂ ਨੇ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਮੈਂ ਇਸ ਦੀ ਨਿਖੇਧੀ ਕਰਦਾ ਕਿ ਦੂਜੀ ਧਿਰ ਤੇ ਵੀ ਜਿਹੜਾ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਵੀ ਪਰਚਾ ਦੇ ਦਿੱਤਾ। ਇਹਨੂੰ ਕਿੱਦਾਂ ਦੇਖਦੇ ਹੋ ਸਾਰੇ ਨੂੰ? 328 ਸਰੂਪਾਂ ਦੇ ਮਾਮਲੇ 'ਚ ਹੁਣ ਤੱਕ ਜਿਹੜੀ ਆ ਜ਼ੁਬਾਨਬੰਦੀ ਨਜ਼ਰ ਆਈ ਤੇ ਹੁਣ ਇਸ ਮਾਮਲੇ ਦੇ ਉੱਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਨਹੀਂ, ਉਹ ਬਿਆਨਬਾਜ਼ੀ ਸੁਖਬੀਰ ਦੀ ਇਦਾਂ ਆ ਸੁਖਵਿੰਦਰ ਜੀ ਕਿ ਉਹ ਕਹਿ ਰਹੇ ਨੇ ਕਿ ਜਿਹੜੀ ਆਹ ਕਾਰਵਾਈ ਹੋਈ ਆ ਤਾਂ ਇਹ ਕਾਰਵਾਈ ਜਿਹੜੀ ਹੈਗੀ ਉਹਨੇ ਇੱਕ ਚੀਜ਼ ਸਿੱਧ ਕਰਤੀ ਹੈ। ਸੁਖਬੀਰ ਦਾ ਕਹਿਣਾ ਹੈ ਕਿ ਉਹਨੇ ਇੱਕ ਚੀਜ਼ ਸਿੱਧ ਕਰਤੀ ਕਿ ਜਿਹੜੀਆਂ ਜਥੇਬੰਦੀਆਂ ਦੂਜੀਆਂ ਨੇ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਜਾਂ ਟਾਸਕ ਫੋਰਸ ਤੋਂ ਬਿਨਾਂ, ਉਹ ਦੂਜੀਆਂ ਕਮੇਟੀਆਂ ਉਹਨਾਂ ਦੇ ਵਿੱਚ ਕਾਂਗਰਸ ਦੇ ਕਾਰਕੁਨ ਨੇ ਔਰ ਉਹਨਾਂ ਦੀ ਸ਼ਹਿ ਹੈ ਕਾਂਗਰਸ ਦੀ, ਤੇ ਕਹਿੰਦਾ ਇਹ ਮੋਹਰ ਲੱਗ ਗਈ ਆ। ਜਦ ਕਿ ਕਾਨੂੰਨ ਤਾਂ ਇਹੀ ਕਹਿੰਦਾ ਨਾ, ਜਦੋਂ ਲੜਾਈ ਹੋ ਜਾਂਦੀ ਹੈ ਕਿਤੇ ਵੀ ਲੜਾਈ ਹੋ ਜਾਏ, ਕੋਈ ਜ਼ਰੂਰੀ ਥੋੜ੍ਹੀ ਗੁਰਦੁਆਰੇ 'ਚ ਹੋਈ ਹੈ ਤਾਂ ਇੱਦਾਂ ਹੋਇਆ, ਕਿਤੇ ਵੀ ਲੜਾਈ ਹੋ ਜਾਏ ਤਾਂ ਕ੍ਰਾਸ ਕੇਸ ਤਾਂ ਬਣਦਾ ਹੀ ਆ ਨਾ। ਕਿਸੇ ਇੱਕ ਧਿਰ ਦਾ ਜ਼ਿਆਦਾ ਕਸੂਰ ਹੁੰਦਾ, ਕਿਸੇ ਦਾ ਘੱਟ ਹੁੰਦਾ ਤਾਂ ਹੈਗਾ। ਜੇ ਕ੍ਰਾਸ ਕੇਸ ਬਣ ਗਿਆ ਤਾਂ ਉਹਦੇ ਵਿੱਚ ਉਹ ਕਾਂਗਰਸੀ ਨਜ਼ਰ ਆ ਗਏ, ਠੀਕ ਹੈ। ਪਰ ਇੱਕ ਗੱਲ ਇਹਦੇ ਹੋਰ ਵੀ ਹੈ ਨਾ, ਜੇ ਤੁਸੀਂ ਉਹਨਾਂ ਨੂੰ ਕਾਂਗਰਸੀ ਸ਼ਹਿ ਕਹਿ ਕੇ ਸ਼੍ਰੋਮਣੀ ਕਮੇਟੀ ਦਾ ਪੱਖ ਲੈਂਦੇ ਹੋ, ਟਾਸਕ ਫੋਰਸ ਦਾ ਪੱਖ ਲੈਂਦੇ ਹੋ, ਤਾਂ ਤੁਸੀਂ ਵੀ ਤਾਂ ਮੋਹਰ ਲਾਤੀ ਆ। ਤੁਸੀਂ ਵੀ ਤਾਂ ਪੱਕੇ ਤੌਰ 'ਤੇ ਜਾ ਰਹੇ ਹੋ, ਚਾਹੇ ਕਿ ਸਭ ਨੂੰ ਪਤਾ ਹੀ ਆ, ਬਟ ਹੁਣ ਤੁਸੀਂ ਵੀ ਆਪਦੇ ਮੂੰਹੋਂ ਕਹਿ ਦਿਓ ਨਾ ਹੁਣ ਵੀ ਹਾਂ ਸਾਡਾ ਹੀ ਆ ਭਾਈ। ਬਿਲਕੁਲ, ਜਦੋਂ ਗੱਲ ਪੰਥਕ ਪਾਰਟੀ ਦੀ ਹੁੰਦੀ ਹੈ ਤਾਂ ਦੋਨਾਂ ਧਿਰਾਂ ਦੀ ਗੱਲ ਰੱਖਣੀ ਚਾਹੀਦੀ ਹੈ। ਹਾਂ ਬਈ ਅਸੀਂ ਨਹੀਂ ਵੜਨ ਦਿੰਦੇ ਕਿਸੇ ਨੂੰ, ਇਹ ਤਾਂ ਸਾਡੀ ਕਹਿ ਲਓ ਜਗੀਰ ਹੈ, ਸਾਡੀ ਜਾਇਦਾਦ ਹੋਊਗੀ ਹੁਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਤੇ ਅਸੀਂ ਕਿਸੇ ਨੂੰ ਖੰਘਣ ਨਹੀਂ ਦੇਣਾ। ਇਹ ਤਾਂ ਕਹਿਣ 'ਤੇ ਕੀ ਹਰਜ, ਹੁਣ ਕਹਿ ਦਿਓ। ਜਾਂ ਫਿਰ ਜੋ ਹੋ ਰਿਹਾ ਉਹ ਮਰਿਆਦਾ ਦੇ ਉਲੰਘਣਾ ਜੇ ਹੋਈ ਹੈ ਤਾਂ ਦੋਵਾਂ ਪਾਸਿਓਂ ਹੋਈ ਹੈ ਤੇ ਦੋਵਾਂ ਪਾਸਿਓਂ ਕਾਰਵਾਈ ਵੀ ਹੋਣੀ ਚਾਹੀਦੀ ਹੈ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਜੇ ਪੁਲਿਸ ਦੀ FIR ਕਰਾਉਣੀ ਹੋ ਸੀ ਤਾਂ ਪਹਿਲਾਂ 300 ਜਿਹੜੇ 28 ਜਾਂ ਜਿੰਨੇ ਵੀ ਉਹ ਮੰਨਦੇ ਆ ਹੁਣ ਤੱਕ ਮਹਾਰਾਜ ਦੇ ਸਰੂਪ ਗਾਇਬ ਹੋਏ ਨੇ, ਉਹਨਾਂ ਦੇ ਉੱਤੇ ਕਰਵਾਉਣੀ ਚਾਹੀਦੀ ਸੀ। ਉੱਥੇ ਸੁਖਬੀਰ ਬਾਦਲ ਆ ਕੇ ਬੋਲਦੇ ਕਿ ਕਿਉਂ ਨਹੀਂ ਕਰਵਾਉਣੀ ਚਾਹੀਦੀ ਸੀ, ਤੇ ਜਥੇਦਾਰ ਨੂੰ ਵੀ ਕੁਝ ਪੁੱਛਦੇ ਵੀ ਭਾਈ ਜਿਹੜੇ ਕਸੂਰਵਾਰ ਨੇ ਉਹਨਾਂ ਦੇ ਉੱਤੇ FIR ਕਰਾਓ, ਜਾਂਚ ਬਿਠਾਓ, ਪੁਲਿਸ ਦੀ ਜਾਂਚ ਕਰਵਾਓ, ਕੋਈ ਸਿੱਟ ਬਿਠਵਾਓ, CBI ਜਾਂਚ ਕਰਵਾਓ। ਫਿਰ ਅਸੀਂ ਮੰਨਦੇ ਕਿ ਉੱਥੇ ਵੀ ਬੋਲੇ ਸੁਖਬੀਰ ਤੇ ਅੱਜ ਵੀ ਬੋਲ ਰਹੇ ਨੇ, ਕੋਈ ਗੱਲ ਨਹੀਂ, ਠੀਕ ਹੈ। ਤੇ ਹੁਣ ਇੱਕ ਪਾਸੜ ਕਾਰਵਾਈ ਲੱਗਦੀ ਹੈ, ਇਹ ਤਾਂ ਬੋਲਣਾ ਹੀ ਬੋਲਣਾ ਇਹਨਾਂ ਨੇ, ਆਪਣੇ ਪੱਖ ਦੇ ਵਿੱਚ ਲੈਣਾ ਹੀ ਲੈਣਾ ਹੈ। ਸ਼ੁਕਰੀਆ, ਧੰਨਵਾਦ। ਸੋ ਅਸੀਂ ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਉਹਨਾਂ ਖਬਰਾਂ ਤੇ ਚਰਚਾ ਕੀਤੀ ਜਿਹੜੀਆਂ ਸੁਰਖੀਆਂ ਦੇ ਵਿੱਚ ਨੇ। ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਰੱਖਿਓ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।